ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਅੱਜ ਜੋ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹਦੇ ਵਿੱਚ ਇੱਕ ਬਹੁਤ ਵੱਡੀ ਸਿੱਖਿਆ ਹੈ। ਇਸ ਕਰਕੇ ਸਾਡੇ ਨਾਲ ਅੰਤ ਤੱਕ ਜੁੜੇ ਰਹਿਣਾ। ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਮੀਆਂ ਬੀਵੀ ਰਹਿੰਦੇ ਸਨ। ਉਹਨਾਂ ਦੇ ਕੋਲ ਪ੍ਰਮਾਤਮਾ ਦਾ ਦਿੱਤਾ ਬਹੁਤਾ ਕੁਝ ਨਹੀਂ ਸੀ, ਪਰ ਜੋ ਕੁਝ ਵੀ ਸੀ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿੰਦੇ ਸਨ। ਪ੍ਰਮਾਤਮਾ ਦਾ ਭੈ ਮੰਨਣ ਵਾਲੇ ਸਨ, ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ, ਕੰਮ ਵਿੱਚ ਵਿਸ਼ਵਾਸ ਕਰਨ ਵਾਲੇ ਉਹ ਲੋਕ ਸਨ। ਕੀ ਹੋਇਆ, ਉਹਨਾਂ ਦਾ ਘਰ ਕੱਚਾ ਸੀ। ਜਦੋਂ ਬਾਰਿਸ਼ਾਂ ਹੋਈਆਂ ਤਾਂ ਘਰ ਚੋਣ ਲੱਗ ਪਿਆ। ਮੀਆਂ ਬੀਵੀ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਕੁਝ ਵੀ ਹੋ ਜਾਵੇ, ਅਸੀਂ ਇਸ ਵਾਰ ਫਸਲਾਂ ਵੱਢ ਕੇ ਆਪਣੇ ਘਰ ਤੇ ਪੱਕੀ ਛੱਤ ਪਾ ਲੈਣੀ ਹੈ। ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨੇ ਕਿ ਹਾਂ ਬਿਲਕੁਲ ਅਸੀਂ ਇੰਨਾ ਕੰਮ ਕਰਦੇ ਹਾਂ, ਅਸੀਂ ਕਿਹੜਾ ਨਕੰਮੇ ਬੈਠਦੇ ਹਾਂ। ਜੇ ਕਿਤੇ ਕਰਜ਼ਾ ਚੜ੍ਹ ਵੀ ਗਿਆ ਤਾਂ ਮਿਹਨਤ ਕਰਕੇ ਉਤਾਰ ਲਵਾਂਗੇ। ਫਿਰ ਉਸ ਬੰਦੇ ਦੀ, ਉਸ ਕਿਸਾਨ ਦੀ ਘਰਵਾਲੀ ਉਸ ਨੂੰ ਕਹਿੰਦੀ ਹੈ, ਕਰਜ਼ਾ ਉਤਾਰ ਤਾਂ ਲਵਾਂਗੇ, ਪਰ ਕਰਜ਼ਾ ਸਾਨੂੰ ਦੇਵੇਗਾ ਕੌਣ? ਅੱਗੋਂ ਉਹ ਕਿਸਾਨ ਉੱਤਰ ਦਿੰਦਾ ਹੈ ਕਿ ਆਪਣੇ ਪਿੰਡ ਦਾ, ਆਪਣੇ ਨਗਰ ਦਾ ਜੋ ਸ਼ਾਹੂਕਾਰ ਹੈ ਨਾ, ਉਹ ਬਹੁਤ ਕਰਜ਼ਾ ਦੇ ਦਿੰਦਾ ਹੈ। ਬਸ ਉਹਦੀ ਮਾੜੀ ਆਦਤ ਇਹੋ ਹੈ ਕਿ ਜਦੋਂ ਮੌਤ ਦਾ ਦਿੱਤਾ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਉਹ ਕਿਸੇ ਦਾ ਲਿਹਾਜ਼ ਨਹੀਂ ਰੱਖਦਾ। ਫਿਰ ਉਸਨੇ ਜੋ ਕੁਝ ਲਿਖਾ ਪੜ੍ਹਤੀ ਦੇ ਵਿੱਚ ਲਿਖਿਆ ਹੁੰਦਾ ਉਸ ਤੇ ਕਬਜ਼ਾ ਕਰ ਲੈਂਦਾ। ਉਹ ਹੈਰਾਨ ਹੋ ਕੇ ਪੁੱਛਦੀ ਹੈ ਕਿ ਕਿਹੜੀ ਚੀਜ਼ ਤੇ ਕਬਜ਼ਾ ਕਰ ਲੈਂਦਾ, ਕਿਹੜੀ ਚੀਜ਼ ਦੀ ਲਿਖਾ ਪੜ੍ਹੀ ਕਰਦਾ? ਉਹ ਕਹਿੰਦਾ ਬਹੁਤੀ ਵਾਰ ਤਾਂ ਉਹ ਖੇਤਾਂ ਦੀ ਲਿਖਾ ਪੜ੍ਹੀ ਕਰਦਾ। ਜੇ ਕਰਜ਼ਾ ਵੱਧ ਲੈਣਾ ਹੋਵੇ ਫਿਰ ਨਾਲ ਘਰ ਦੀ, ਮਕਾਨ ਦੀ ਵੀ ਉਹ ਲਿਖਤ ਕਰ ਲੈਂਦਾ। ਉਹ ਕਹਿੰਦੀ ਫਿਰ ਕੀ ਹੋ ਗਿਆ, ਸਾਡੇ ਕੋਲੇ ਇੰਨੇ ਕੁ ਖੇਤ ਤਾਂ ਹਨ ਕਿ ਅਸੀਂ ਆਪਣੇ ਗੁਜ਼ਾਰੇ ਜੋਗਾ ਕਰਜ਼ਾ ਲੈ ਕੇ ਤੇ ਫਿਰ ਉਸ ਖੇਤ ਦੀ ਕਮਾਈ ਵਿੱਚੋਂ ਉਹ ਵਾਪਸ ਕਰ ਦਈਏ। ਉਹ ਹੌਸਲਾ ਦਿੰਦਾ, ਅੱਗੋਂ ਉੱਤਰ ਦਿੰਦਾ ਕਿ ਹਾਂ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ। ਉਹ ਕਹਿੰਦੀ ਠੀਕ ਹੈ, ਜਦੋਂ ਮੌਸਮ ਸਾਫ਼ ਹੋਵੇਗਾ ਤੁਸੀਂ ਇੱਕ ਵਾਰ ਜਾ ਕੇ ਸ਼ਾਹੂਕਾਰ ਨਾਲ ਗੱਲ ਕਰਕੇ ਆਇਓ, ਪੁੱਛਿਓ ਕਿ ਕਿੰਨੇ ਕੁ ਰੁਪਈਆਂ ਦੇ ਵਿੱਚ ਛੱਤ ਪੈ ਜਾਵੇਗੀ ਤੇ ਉਹਨੇ ਰੁਪਈਆਂ ਦਾ ਕਰਜ਼ਾ ਉੱਤੋਂ ਲੈ ਜਾਓ। ਥੋੜੇ ਦਿਨਾਂ ਬਾਅਦ ਜਦੋਂ ਮੌਸਮ ਬਿਲਕੁਲ ਸਾਫ਼ ਹੋ ਜਾਂਦਾ ਹੈ, ਧੁੱਪ ਨਿਕਲਣ ਲੱਗਦੀ ਹੈ, ਉਦੋਂ ਇੱਕ ਦਿਨ ਉਹ ਕਿਸਾਨ ਪਹਿਲਾਂ ਆਪਣੇ ਖੇਤਾਂ ਵੱਲ ਗੇੜਾ ਮਾਰ ਕੇ ਆਉਂਦਾ ਹੈ। ਖੇਤ ਬਹੁਤ ਵਧੀਆ ਤਰੀਕੇ ਨਾਲ ਖੜੇ ਹੁੰਦੇ ਨੇ। ਉਸਨੂੰ ਉਮੀਦ ਹੁੰਦੀ ਹੈ ਕਿ ਪਿਛਲੀ ਵਾਰ ਨਾਲੋਂ ਵੱਧ ਝਾੜ ਨਿਕਲੇਗਾ, ਪਿਛਲੀ ਵਾਰ ਨਾਲੋਂ ਵੱਧ ਕਮਾਈ ਹੋਵੇਗੀ। ਸੋ ਉਹ ਖੁਸ਼ ਹੋ ਕੇ ਸ਼ਾਹੂਕਾਰ ਦੀ ਹੱਟ ਤੇ ਜਾਂਦਾ। ਸ਼ਾਹੂਕਾਰ ਨੂੰ ਜਾ ਕੇ ਆਪਣਾ ਸਾਰਾ ਮਸਲਾ ਦੱਸਦਾ ਹੈ ਕਿ ਇਸ ਤਰ੍ਹਾਂ ਸਰਦੀਆਂ ਵਿੱਚ ਵੀ ਦਿੱਕਤ ਆਉਂਦੀ ਹੈ, ਗਰਮੀਆਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ, ਤੇ ਮੈਂ ਆਪਣਾ ਘਰ, ਆਪਣਾ ਮਕਾਨ ਨਵਾਂ ਪਾਉਣਾ ਚਾਹੁੰਦਾ, ਪੱਕਾ ਪਾਉਣਾ ਚਾਹੁੰਦਾ, ਸੋ ਮੈਨੂੰ ਇੰਨੇ ਕੁ ਪੈਸਿਆਂ ਦੀ ਲੋੜ ਹੈ। ਸ਼ਾਹੂਕਾਰ ਹਿਸਾਬ ਕਿਤਾਬ ਲਾ ਕੇ ਦੱਸਦਾ ਤੇ ਕਹਿੰਦਾ ਕਿ ਠੀਕ ਹੈ, ਮੈਂ ਤੈਨੂੰ ਪੈਸੇ ਦੇ ਦਿਆਂਗਾ, ਤੇ ਨਾਲ ਹੀ ਇੱਕ ਮੋਟਾ ਵਿਆਜ ਉਸ ਨੂੰ ਦੱਸ ਦਿੰਦਾ। ਉਹ ਕਹਿੰਦਾ ਕਿ ਕੋਈ ਗੱਲ ਨਹੀਂ, 2-4 ਮਹੀਨਿਆਂ ਦੇ ਵਿੱਚ ਕਿੰਨਾ ਕੁ ਵਿਆਜ ਬਣ ਜਾਵੇਗਾ, ਮੈਂ ਤੇਰਾ ਵਿਆਜ ਮੂਲ ਸਮੇਤ ਮੋੜ ਦੇਵਾਂਗਾ ਤੇ ਮੈਨੂੰ ਪੈਸੇ ਦੇ ਦੇ। ਅੱਗੋਂ ਫਿਰ ਸ਼ਾਹੂਕਾਰ ਕਹਿੰਦਾ ਕਿ ਨਹੀਂ ਭਾਈ, ਇਸ ਤਰ੍ਹਾਂ ਨਹੀਂ, ਪਿੰਡ ਵਿੱਚੋਂ ਇੱਕ ਜਾਮਨ ਲਿਆ ਤੇ ਨਾਲ ਦੀ ਨਾਲ ਆਪਣੇ ਖੇਤ ਦੇ ਅਤੇ ਆਪਣੇ ਘਰ ਦੇ ਕਾਗਜ਼ ਪੱਤਰ ਉਹ ਮੇਰੇ ਹਵਾਲੇ ਕਰ ਦੇ। ਇੱਕ ਕਾਗਜ਼ ਉੱਤੇ ਆਪਾਂ ਲਿਖਤ ਵੀ ਕਰ ਲੈਂਦੇ ਹਾਂ ਕਿ ਜੇਕਰ ਤੂੰ ਮੇਰੇ ਪੈਸੇ ਨਹੀਂ ਮੋੜ ਸਕਿਆ ਦਿੱਤੇ ਸਮੇਂ ਦੇ ਵਿੱਚ, ਤੇ ਮੈਂ ਤੇਰਾ ਘਰ ਤੇ ਤੇਰੇ ਖੇਤਾਂ ਦਾ ਆਪਣੇ ਆਪ ਮਾਲਕ ਬਣ ਜਾਵਾਂਗਾ। ਉਹ ਕਹਿੰਦਾ ਠੀਕ ਹੈ। ਪਿੰਡ ਦੇ ਕੁਝ ਮੋਹਤਵਾਰਾਂ ਨੂੰ ਨਾਲ ਲਿਆ ਕੇ ਲਿਖਤਾ ਪੜਤੀ ਹੋ ਗਈ। ਦੋਵਾਂ ਦੇ ਉੱਥੇ ਗੂਠੇ ਲਾਏ ਗਏ। ਪਿੰਡ ਦੇ ਮੋਹਤਵਾਰਾਂ ਨੇ ਵੀ ਵਿੱਚ ਜਿੰਮਾ ਜਾਮਣੀ ਭਰੀ, ਆਪਣੀ ਜ਼ਿੰਮੇਵਾਰੀ ਤੇ ਉਸਨੂੰ ਕਰਜ਼ਾ ਦਵਾ ਦਿੱਤਾ। ਸਭ ਕੁਝ ਠੀਕ ਠਾਕ ਚੱਲਦਾ ਰਿਹਾ। ਉਸਨੇ ਬਹੁਤ ਸੋਹਣਾ ਇੱਕ ਛੋਟਾ ਜਿਹਾ ਪੱਕਾ ਮਕਾਨ ਬਣਾ ਲਿਆ, ਰਾਜੀ ਖੁਸ਼ੀ ਵਸਣ ਲੱਗੇ। ਪਰ ਕਈ ਵਾਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ। ਕਈ ਵਾਰ ਪ੍ਰਮਾਤਮਾ ਆਪਣੇ ਬੱਚਿਆਂ ਦੀ ਪ੍ਰੀਖਿਆ ਲੈਂਦਾ ਹੈ, ਉਹਨਾਂ ਨੂੰ ਔਖੀ ਘੜੀ ਦੇ ਵਿੱਚ ਪਾ ਕੇ ਪਰਖਦਾ ਹੈ। ਤੁਸੀਂ ਵੀ ਦੇਖਿਆ ਹੋਵੇਗਾ, ਚਾਹੇ ਤੁਸੀਂ ਕਿੰਨਾ ਵੀ ਨਾਮ ਜਪਦੇ ਹੋਵੋ, ਕਿੰਨਾ ਵੀ ਪ੍ਰਮਾਤਮਾ ਦੇ ਨੇੜੇ ਹੋਵੋ, ਪਰ ਫਿਰ ਵੀ ਕਈ ਵਾਰ ਤੁਹਾਨੂੰ ਪ੍ਰਮਾਤਮਾ ਨੇ ਕੁਝ ਅਣਚਾਹੀ ਹਾਲਤ ਦੇ ਵਿੱਚ ਪਾਇਆ ਹੁੰਦਾ। ਕਦੀ ਨਾ ਕਦੀ ਤੁਸੀਂ ਖੁਦ ਨਾਲ ਗੱਲਬਾਤ ਕਰਦੇ ਕਹਿੰਦੇ ਹੋ ਨਾ ਕਿ ਵਾਹਿਗੁਰੂ ਇਹ ਕੀ ਕੀਤਾ, ਮੈਂ ਤੇ ਕਦੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਤੇ ਮੇਰੇ ਨਾਲ ਬੁਰਾ ਕਿਉਂ ਵਾਪਰ ਗਿਆ। ਸੋ ਇੱਕ ਨਾਲ ਨਹੀਂ, ਇਸ ਦੁਨੀਆ ਤੇ ਸਭ ਨਾਲ ਇਸ ਤਰ੍ਹਾਂ ਵਾਪਰਦਾ ਹੈ। ਪਰਮਾਤਮਾ ਆਪਣੇ ਪਿਆਰਿਆਂ ਨੂੰ ਕਈ ਵਾਰ ਮੁਸ਼ਕਲ ਘੜੀ ਦੇ ਵਿੱਚ ਪਾ ਕੇ ਉਹਨਾਂ ਦਾ ਸਬਰ ਦਾ ਇਮਤਿਹਾਨ ਲੈਂਦਾ। ਬਿਲਕੁਲ ਉਸ ਕਿਸਾਨ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ। ਅਚਾਨਕ ਇੱਕ ਘਟਾ ਚੜ੍ਹ ਕੇ ਆਈ, ਐਸੇ ਬਾਰਿਸ਼ ਦੇ ਬੱਦਲ ਉੱਥੇ ਵਰਸੇ, ਐਸੀ ਉੱਥੇ ਗੜੇਮਾਰੀ ਹੋਈ ਕਿ ਉਸ ਕਿਸਾਨ ਦੀ ਫਸਲ ਤਹਿਸ ਨਹਿਸ ਹੋ ਗਈ। ਉਹਦੇ ਕੋਲ ਘਰ ਖਾਣ ਜੋਗੇ ਦਾਣੇ ਮਸਾਂ ਹੋਏ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਉਸਦੇ ਸਿਰ ਵਿੱਚ ਮੂੰਗਲਾ ਵੱਜ ਗਿਆ ਹੋਵੇ। ਉਸ ਨੂੰ ਸਮਝ ਨਾ ਆਈ। ਮੀਆਂ ਬੀਵੀ ਬਹੁਤ ਪਰੇਸ਼ਾਨ ਹੋਏ।
ਉੱਪਰੋਂ ਉਹ ਦਿਨ ਨੇੜੇ ਆ ਰਿਹਾ ਸੀ, ਉਹ ਤਰੀਕ ਨੇੜੇ ਆ ਰਹੀ ਸੀ ਜਿਹੜੀ ਉਹ ਸ਼ਾਹੂਕਾਰ ਨੂੰ ਦਿੱਤੀ ਹੋਈ ਸੀ। ਸ਼ਾਹੂਕਾਰ ਆਪਣੇ ਮੁਨੀਮ ਨੂੰ ਨਾਲ ਲੈ ਕੇ ਉਸੇ ਦਿਨ ਵਾਲੇ ਦਿਨ ਉਹਨਾਂ ਦੇ ਘਰ ਪਹੁੰਚ ਗਿਆ। ਆ ਕੇ ਕਹਿੰਦਾ ਕਿ ਭਾਈ, ਤੁਸੀਂ ਮੇਰੇ ਨਾਲ ਇਕਰਾਰ ਕੀਤਾ ਸੀ, ਇੰਨਾ ਅਮੂਲ ਤੁਸੀਂ ਲਿਆ ਸੀ ਤੇ ਨਾਲ ਇੰਨਾ ਵਿਆਜ ਬਣ ਗਿਆ, ਮੈਨੂੰ ਮੇਰਾ ਪੈਸਾ ਵਿਆਜ ਸਮੇਤ ਵਾਪਿਸ ਕਰ ਦਿਓ। ਉਹ ਦੋਵੇਂ ਮਿੰਨਤਾਂ ਤਰਲੇ ਕਰਦੇ ਨੇ, ਬੇਨਤੀਆਂ ਕਰਦੇ ਨੇ, ਪਰ ਉਹ ਇੱਕ ਨਹੀਂ ਸੁਣਦਾ। ਉਹ ਕਹਿੰਦਾ, ਅੱਜ ਮੈਂ ਜਾ ਰਿਹਾ, 1 ਹਫ਼ਤੇ ਦਾ ਸਮਾਂ ਹੋਰ ਦੇਣਾ। 1 ਹਫ਼ਤੇ ਤੱਕ ਜੇ ਤੁਸੀਂ ਮੇਰਾ ਪੈਸਾ ਨਾ ਲੌਟਾਇਆ ਤਾਂ ਫਿਰ ਮੈਨੂੰ ਮਜਬੂਰਨ ਕਾਨੂੰਨੀ ਕਾਰਵਾਈ ਕਰਵਾਉਣੀ ਪਵੇਗੀ ਤੇ ਫਿਰ ਤੁਹਾਨੂੰ ਸਿਪਾਹੀਆਂ ਤੋਂ ਬਾਹਰ ਸੁਟਵਾ ਦਿਆਂਗਾ। ਉਹ ਭੈ-ਭੀਤ ਹੁੰਦੇ ਨੇ, ਬਹੁਤ ਇੱਕ ਦੂਜੇ ਦੇ ਨਾਲ ਦੁੱਖੜੇ ਸਾਂਝੇ ਕਰਦੇ ਨੇ। ਇਹਨੇ ਨੂੰ ਕੀ ਹੁੰਦਾ ਕਿ ਜਦੋਂ ਉਹ ਚਿੰਤਾ ਦੇ ਵਿੱਚ ਡੁੱਬੇ ਹੁੰਦੇ ਨੇ, ਸਮਝ ਨਹੀਂ ਆਉਂਦੀ ਕਿ ਕਿਸ ਪਾਸਿਓਂ ਕੀ ਆਵੇਗਾ। ਉਹਨਾਂ ਦੇ ਦਰ ਤੇ ਇੱਕ ਫਕੀਰ ਆਉਂਦਾ ਹੈ। ਫਕੀਰ ਉਹਨਾਂ ਤੋਂ ਆ ਕੇ ਖਾਣ ਲਈ ਕੁਝ ਮੰਗਦਾ ਹੈ। ਹਾਲਾਂਕਿ ਉਹ ਜਿੰਨੇ ਮਰਜ਼ੀ ਦੁਖੀ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਕੋਲ ਕੋਈ ਪੂੰਜੀ ਨਹੀਂ, ਪਰ ਉਸ ਫਕੀਰ ਨੂੰ ਉਹ ਉਹਨਾਂ ਦਰਾਂ ਤੋਂ ਵਾਪਸ ਨਹੀਂ ਮੋੜਦੇ। ਉਸ ਨੂੰ ਜੋ ਕੁਝ ਘਰੇ ਪੱਕਿਆ ਹੁੰਦਾ ਉਹਦਾ ਕੁਝ ਹਿੱਸਾ ਖਾਣ ਲਈ ਦੇ ਦਿੰਦੇ ਨੇ। ਫਕੀਰ ਅਨਾਜ ਖਾ ਕੇ ਉੱਪਰੋਂ ਇੱਕ ਪਾਣੀ ਦਾ ਗਲਾਸ ਮੰਗਦਾ ਹੈ। ਪਾਣੀ ਉਸ ਨੂੰ ਦਿੰਦੇ ਨੇ ਤੇ ਉਹ ਕਹਿੰਦਾ ਕਿ ਭਾਈ, ਤੁਸੀਂ ਮੈਨੂੰ ਦੋਵੇਂ ਬਹੁਤ ਚਿੰਤਤ ਲੱਗਦੇ ਹੋ। ਉਹ ਸਾਰੀ ਸਮੱਸਿਆ ਰੋਂਦੇ ਹੋਏ ਉਸ ਫਕੀਰ ਸਾਧੂ ਦੇ ਅੱਗੇ ਰੱਖ ਦਿੰਦੇ ਨੇ। ਉਹ ਸਾਧੂ ਫਕੀਰ ਜੀ ਕਹਿੰਦੇ ਨੇ ਕਿ ਇਹ ਤੇ ਬਹੁਤ ਵੱਡੀ ਗੱਲ ਹੀ ਨਹੀਂ, ਤੁਹਾਨੂੰ 1 ਹਫ਼ਤੇ ਦਾ ਸਮਾਂ ਮਿਲਿਆ ਤੇ ਤੁਸੀਂ ਜਾ ਕੇ ਖੇਤਾਂ ਦੇ ਵਿੱਚ 7 ਕਿਸਮ ਦੀ ਸਬਜ਼ੀ ਦੀ ਖੇਤੀ ਕਰੋ। ਉਹ ਕਹਿੰਦੇ ਕਿ ਇਹ ਕਿਹੋ ਜਿਹਾ ਬਾਬਾ ਹੈ, ਇਹ ਪਾਗਲ ਪੂਗਲ ਲੱਗਦਾ। ਅਸੀਂ ਕੋਈ ਵੀ ਖੇਤੀ ਕਰ ਲਈਏ, 7 ਦਿਨਾਂ ਦੇ ਵਿੱਚ ਕਿਹੜੀ ਸਬਜ਼ੀ ਤਿਆਰ ਹੋ ਜਾਵੇਗੀ। ਆਪਣੇ ਜੋ ਉਹਦੇ ਕੋਲ ਝੋਲਾ ਹੁੰਦਾ ਹੈ, ਉਹਦੇ ਵਿੱਚ ਉਹ ਹੱਥ ਪਾਉਂਦਾ ਤੇ ਮੁੱਠੀ ਭਰ ਕੇ ਕੁਝ ਬੀਜ ਉਹਨਾਂ ਦੇ ਉਸੇ ਗਲਾਸ ਦੇ ਵਿੱਚ ਭਰ ਦਿੰਦਾ ਹੈ ਪਾਣੀ ਪੀਣ ਉਪਰੰਤ, ਤੇ ਕਹਿੰਦਾ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ, ਪਰ ਇਹ ਬੀਜ ਤੁਹਾਡਾ ਮਸਲਾ ਹੱਲ ਕਰਵਾ ਸਕਦੇ ਨੇ। ਹੁਣ ਜਿਹੜਾ ਦੁਖੀ ਹੁੰਦਾ ਨਾ, ਉਸ ਨੂੰ ਹਰ ਇੱਕ ਰਾਏ ਚੰਗੀ ਲੱਗਦੀ ਹੈ, ਹਰ ਇੱਕ ਮਸ਼ਵਰਾ ਠੀਕ ਲੱਗਦਾ ਹੈ। ਉਹਨਾਂ ਨੂੰ ਬਾਬੇ ਦੀ ਗੱਲ ਠੀਕ ਲੱਗੀ। ਬਾਬਾ ਉੱਥੋਂ ਚਲਿਆ ਗਿਆ ਤੇ ਉਹਨਾਂ ਨੇ ਕੋਈ ਦੂਜੇ ਕੰਮ ਵੱਲ ਧਿਆਨ ਨਹੀਂ ਦਿੱਤਾ। ਉਹ ਬੀਜ ਲੈ ਕੇ ਉਹ ਖੇਤ ਪਹੁੰਚ ਗਏ। 7 ਕਿਸਮ ਦੇ ਉਹ ਸਬਜ਼ੀਆਂ ਦੇ ਬੀਜ ਜਦੋਂ ਬੀਜਣ ਲੱਗੇ ਨਾ, ਤੇ ਜਿਵੇਂ ਉਹ ਕਈ ਚਲਾ ਰਹੇ ਸੀ, ਕਈ ਚਲਾਉਂਦਿਆਂ ਚਲਾਉਂਦਿਆਂ ਅਚਾਨਕ ਕਿਸੇ ਚੀਜ਼ ਦੇ ਟਣਕਣ ਦੀ ਆਵਾਜ਼ ਆਈ, ਇਸ ਤਰ੍ਹਾਂ ਜਿਵੇਂ ਕੋਈ ਭਾਂਡਾ ਥੱਲੇ ਹੋਵੇ। ਬੜੇ ਹੈਰਾਨ ਹੋਏ ਦੋਵੇਂ ਮੀਆਂ ਬੀਵੀ। ਨਾਲ ਦੀ ਨਾਲ ਦੋਹਾਂ ਦੀ ਉਤਸੁਕਤਾ ਵੱਧ ਗਈ ਕਿ ਇਹ ਕੀ ਚੀਜ਼ ਹੈ ਸਾਡੇ ਖੇਤ ਦੇ ਵਿੱਚ। ਜਦੋਂ ਉਹ ਕਈ ਚਲਾਈ ਤਾਂ ਦੇਖਿਆ ਕਿ ਇੱਕ ਗਾਗਰ, ਪਿੱਤਲ ਦੀ ਇੱਕ ਗਾਗਰ ਨੀਚੇ ਸੀ। ਪਿੱਤਲ ਦੀ ਗਾਗਰ ਕੱਢ ਕੇ ਬਾਹਰ ਰੱਖ ਲਈ। ਉਸ ਦੇ ਉੱਪਰ ਇੱਕ ਬਹੁਤ ਸਖਤ ਚੱਪਣੀ ਵੀ ਲੱਗੀ ਹੋਈ ਸੀ। ਚੱਪਣੀ ਵੀ ਉਹਨਾਂ ਨੇ ਜਦੋਜਹਿਦ ਦੇ ਨਾਲ ਬਾਹਰ ਕੱਢ ਲਈ। ਜੋ ਕੁਝ ਉਹਨਾਂ ਨੇ ਉਸ ਤੋਂ ਬਾਅਦ ਦੇਖਿਆ, ਉਹ ਦੇਖ ਕੇ ਦੋਹਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ। ਦੋਹਾਂ ਨੂੰ ਇੱਕ ਦੂਜੇ ਤੇ ਵੀ ਭਰੋਸਾ ਨਹੀਂ ਹੋਇਆ ਕਿ ਕੀ ਇਹ ਸਾਡੇ ਭਾਗਾਂ ਵਿੱਚ ਹੈ। ਉਹ ਜਿਹੜੀ ਗਾਗਰ ਸੀ, ਉਹ ਨੱਕੋ ਨੱਕ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਸੀ। ਲੁਕਦੇ ਲੁਕਾਉਂਦੇ ਤਾਂ ਕਿ ਕਿਸੇ ਨੂੰ ਪਤਾ ਵੀ ਨਾ ਲੱਗ ਜਾਏ, ਉਹ ਆਪਣੇ ਘਰ ਲੈ ਆਏ। ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸ ਸਾਧੂ ਨੂੰ ਦੇਖਿਆ ਕਿ ਕਿਤੇ ਮਿਲ ਜਾਵੇ ਤੇ ਉਸ ਦਾ ਧੰਨਵਾਦ ਕਰੀਏ। ਸ਼ਾਇਦ ਉਹ ਸਾਧੂ ਪਰਮਾਤਮਾ ਦਾ ਹੀ ਕੋਈ ਰੂਪ ਹੋਵੇ, ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਇਆ, ਉਹਨਾਂ ਤੋਂ ਦਾਨ ਮੰਗਿਆ, ਉਹਨਾਂ ਨੇ ਦਾਨ ਦਿੱਤਾ ਤੇ ਉਹਨਾਂ ਦਾ ਉਹ ਮਸਲਾ ਹੱਲ ਕਰਵਾ ਗਿਆ। ਖੁਦ ਜਾ ਕੇ ਉਸ ਕਿਸਾਨ ਨੇ ਉਸ ਸ਼ਾਹੂਕਾਰ ਨੂੰ 10 ਸੋਨੇ ਦੀਆਂ ਸਿੱਕੇ ਦੇ ਦਿੱਤੇ, ਸੋਨੇ ਦੀਆਂ ਮੋਹਰਾਂ ਭੇਟ ਕਰ ਦਿੱਤੀਆਂ ਕਿ ਲੈ ਭਾਈ, ਤੇਰਾ ਮੂਲ ਵੀ, ਤੇਰਾ ਵਿਆਜ ਵੀ। ਉਹ ਸ਼ਾਹੂਕਾਰ ਵੀ ਬੜਾ ਹੈਰਾਨ ਕਿ ਹੁਣੇ ਮੈਂ ਇਹਨਾਂ ਨੂੰ ਇੰਨਾ ਬੇਇੱਜ਼ਤ ਕਰਕੇ ਆਇਆ ਹਾਂ, ਉਦੋਂ ਇਹਨਾਂ ਕੋਲ ਕੁਝ ਵੀ ਨਹੀਂ ਤੇ ਹੁਣ ਇਹ ਮੋੜ ਵੀ ਗਿਆ। ਸ਼ਾਹੂਕਾਰ ਨੂੰ ਸ਼ੱਕ ਹੋਇਆ ਕਿ ਇਹ ਕਿਤੇ ਚੋਰੀ ਕਰਕੇ ਲਿਆਏ ਨੇ। ਸ਼ਾਹੂਕਾਰ ਨੇ ਫਿਰ ਕੋਤਵਾਲ ਨੂੰ ਜਾ ਕੇ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ। ਉਹ ਸਿਪਾਹੀਆਂ ਸਮੇਤ ਉਹਨਾਂ ਦੇ ਘਰ ਆ ਕੇ ਤਲਾਸ਼ੀ ਲੈਣ ਲੱਗਿਆ। ਦੋਹਾਂ ਨੇ ਬਹੁਤ ਮਿਹਨਤ ਤਰਲਾ ਕੀਤਾ ਕਿ ਅਸੀਂ ਮਿਹਨਤ ਦੀ ਕਮਾਈ ਕੀਤੀ ਸੀ, ਅਸੀਂ ਕਿਤੋਂ ਲੈਣੇ ਸੀ ਤੇ ਸਾਨੂੰ ਉਹ ਪੈਸੇ ਮਿਲ ਗਏ, ਉਹ ਸੋਨੇ ਦੇ ਸਿੱਕੇ ਮਿਲ ਗਏ। ਪਰ ਨਹੀਂ, ਸਿਪਾਹੀਆਂ ਨੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ, ਆਖਰ ਉਹਨਾਂ ਨੂੰ ਉਹ ਗਾਗਰ ਮਿਲ ਗਈ। ਜਿਵੇਂ ਹੀ ਸਿਪਾਹੀ ਗਾਗਰ ਦੇ ਵਿੱਚ ਹੱਥ ਪਾਉਂਦੇ ਤਾਂ ਦੇਖਦੇ ਕਿ ਇਹ ਤਾਂ ਮਿੱਟੀ ਹੈ। ਜਿਵੇਂ ਹੀ ਸਾਰੇ ਲੋਕਾਂ ਨੇ ਉੱਥੇ ਪੜਤਾਲ ਕਰ ਲਈ, ਜਦੋਂ ਇਹ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਨਾਂ ਦੇ ਘਰ ਹੋਰ ਕੁਝ ਵੀ ਨਹੀਂ, ਫਿਰ ਉਹਨਾਂ ਨੇ ਉਸ ਸ਼ਾਹੂਕਾਰ ਨੂੰ ਡਾਂਟਿਆ। ਉਸ ਨੂੰ ਆਪਣੇ ਨਾਲ ਉਹ ਕੋਤਵਾਲੀ ਦੇ ਵਿੱਚ ਲੈ ਗਏ। ਉਸ ਥਾਂ ਤੇ ਜਾ ਕੇ ਉਸ ਨੂੰ ਉਹਨਾਂ ਨੇ ਡੱਕ ਦਿੱਤਾ ਤੇ ਇੱਧਰ ਇਹ ਮੀਆਂ ਬੀਵੀ ਖੁਸ਼ੀ-ਖੁਸ਼ੀ ਰਹਿਣ ਲੱਗੇ। ਤੇ ਇਹਨਾਂ ਨੇ ਆਪ ਜਦੋਂ ਦੇਖਿਆ ਉਸ ਗਾਗਰ ਦੇ ਵਿੱਚ ਤਾਂ ਅਜੇ ਵੀ ਸੋਨੇ ਦੇ ਸਿੱਕੇ ਹੀ ਸਨ, ਸੋਨੇ ਦੀਆਂ ਮੋਹਰਾਂ ਹੀ ਸਨ। ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਬਹੁਤ ਵੱਡੀ ਸਿੱਖਿਆ ਇਹ ਦਿੰਦਾ ਹੈ ਕਿ ਪ੍ਰਮਾਤਮਾ ਸਾਡੇ ਲੋਕ ਪਰਲੋਕ ਪਰਦੇ ਕੱਜਦਾ ਹੈ। ਪ੍ਰਮਾਤਮਾ ਤੇ ਸੱਚਾ ਭਰੋਸਾ ਹੋਵੇ ਨਾ, ਪ੍ਰਮਾਤਮਾ ਤੇ ਵਿਸ਼ਵਾਸ ਹੋਵੇ ਤੇ ਮਿੱਟੀ ਵੀ ਸੋਨਾ ਹੋ ਜਾਂਦੀ ਹੈ, ਤੇ ਜੇ ਵਿਸ਼ਵਾਸ ਨਾ ਹੋਵੇ ਤੇ ਸੋਨਾ ਵੀ ਮਿੱਟੀ ਹੋ ਜਾਂਦਾ ਹੈ। ਪਰ ਜੇ ਆਪਾਂ ਪ੍ਰਮਾਤਮਾ ਦੇ ਉੱਪਰ ਸੱਚਾ ਵਿਸ਼ਵਾਸ ਕਰਦੇ ਹਾਂ, ਸਾਡੀ ਆਸਥਾ ਸੱਚੀ ਹੈ ਨਾ,
ਤੇ ਫਿਰ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਕਰਕੇ ਪ੍ਰਮਾਤਮਾ ਸਾਡੇ ਲਈ ਵਸੀਲੇ ਖੜੇ ਕਰ ਦਿੰਦਾ। ਅਸੀਂ ਹਰ ਮੁਸੀਬਤ ਦੇ ਵਿੱਚੋਂ ਨਿਕਲ ਜਾਂਦੇ ਹਾਂ। ਤੇ ਜੇ ਸਾਡੀ ਆਸਥਾ ਝੂਠੀ ਹੋਵੇ, ਵਿਸ਼ਵਾਸ ਸਿਰਫ ਨਾਮ ਦਾ ਹੋਵੇ, ਤੇ ਫਿਰ ਅਸੀਂ ਔਕੜ ਦੇ ਵਿੱਚ, ਮੁਸੀਬਤ ਦੇ ਵਿੱਚ ਘਿਰ ਜਾਂਦੇ ਹਾਂ। ਸੋ ਸਿੱਖਿਆ ਇਹ ਹੈ ਕਿ ਹਮੇਸ਼ਾ ਪ੍ਰਮਾਤਮਾ 'ਤੇ ਭਰੋਸਾ ਰੱਖੋ।